बाणी गुरु रामदास जी महाराज। कल्याण महला चौथा। राम गुर पारस परस करीजे, राम गुर पारस परस करीजे। ਇਹ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਹੈ। ਆਪ ਉਪਦੇਸ਼ ਕਰਦੇ ਹਨ ਕਿ ਦੁਨੀਆ ਦੇ ਅੰਦਰ ਦੋ ਕਿਸਮ ਦੇ ਪਾਰਸ ਹਨ। ਇੱਕ ਉਹ ਰਾਮ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ। ਦੂਸਰੇ ਪਾਸੇ ਪਰਮਾਤਮਾ ਦੇ ਭਗਤ ਪਿਆਰੇ ਜਾਂ ਆਸ਼ਕ ਹਨ, ਜੋ ਮਾਲਕ ਦੀ ਭਗਤੀ ਕਰਕੇ ਵਾਪਸ ਜਾ ਕੇ ਉਸ ਮਾਲਕ ਅੰਦਰ ਹੀ ਸਮਾ ਜਾਂਦੇ ਹਨ। ਪੁਰਾਣੀਆਂ ਕਿਤਾਬਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਪਾਰਸ ਇੱਕ ਪੱਥਰ ਹੁੰਦਾ ਹੈ ਜਿਸ ਨੂੰ ਛੋਹ ਕੇ ਲੋਹਾ ਸੋਨਾ ਬਣ ਜਾਂਦਾ ਹੈ, ਲੇਕਿਨ ਪਾਰਸ ਵਿੱਚ ਔਰ ਸੰਤਾਂ ਮਹਾਤਮਾਵਾਂ ਵਿੱਚ ਬੜਾ ਫਰਕ ਹੁੰਦਾ ਹੈ। ਪਾਰਸ ਤਾਂ ਲੋਹੇ ਨੂੰ ਹੀ ਸੋਨਾ ਬਣਾਉਂਦਾ ਹੈ, ਪਰ ਸੰਤ ਮਹਾਤਮਾ ਜਿਸ ਨੂੰ ਵੀ ਆਪਣੀ ਸ਼ਰਨ ਵਿੱਚ ਲੈਂਦੇ ਹਨ ਉਸ ਨੂੰ ਆਪਣਾ ਹੀ ਰੂਪ ਬਣਾ ਲੈਂਦੇ ਹਨ। ਬਾਬਾ ਜੀ ਮਹਾਰਾਜ ਆਪਣੇ ਪੱਤਰਾਂ ਵਿੱਚ ਦੱਸਦੇ ਹਨ ਕਿ ਜਿਸ ਵਕਤ ਸੰਤ ਸਤਿਗੁਰੂ ਜੀਵ ਤੋਂ ਨਾਮ ਦਿੰਦੇ ਹਨ, ਉਹ ਸੱਚਖੰਡ ਦਾ ਅਧਿਕਾਰੀ ਤਾਂ ਉਸੇ ਵਕਤ ਹੀ ਬਣ ਜਾਂਦਾ ਹੈ। ਬਾਕੀ ਵਕਤ ਦੀ ਗੱਲ ਹੈ, ਉਹਦੇ ਕਰਮਾਂ ਦਾ, ਉਹਦੇ ਲੈਣੇ ਦੇਣੇ ਦਾ ਹਿਸਾਬ ਹੈ। ਬਾਬਾ ਜੀ ਮਹਾਰਾਜ ਆਪਣੇ ਪੱਤਰਾਂ ਵਿੱਚ ਦੱਸਦੇ ਹਨ ਕਿ ਜਿਸ ਵਕਤ ਸੰਤ ਸਤਿਗੁਰੂ ਜੀਵ ਨੂੰ ਨਾਮ ਦਿੰਦੇ ਹਨ, ਉਹ ਸੱਚਖੰਡ ਦਾ ਅਧਿਕਾਰੀ ਤਾਂ ਉਸੇ ਵਕਤ ਹੀ ਬਣ ਜਾਂਦਾ ਹੈ। ਬਾਕੀ ਵਕਤ ਦੀ ਗੱਲ ਹੈ, ਉਹਦੇ ਕਰਮਾਂ ਦਾ, ਲੈਣੇ ਦੇਣੇ ਦਾ ਹਿਸਾਬ ਹੈ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਅਸੀਂ ਉਸ ਮਾਲਕ ਤੋਂ ਵਿਛੜ ਕੇ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਮਨ ਦੇ ਅਧੀਨ ਹੋ ਕੇ ਜੋ ਜੋ ਕਰਮ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਭ ਦਾ ਨਤੀਜਾ ਭੁਗਤਣ ਲਈ ਵਾਰ-ਵਾਰ ਹਰ ਇੱਕ ਨੂੰ ਇਸ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਇੱਥੇ ਆ ਕੇ ਜਿੱਥੇ ਵੀ ਜਨਮ ਲੈਂਦੇ ਹਾਂ, ਉਸੇ ਦੇਹ ਵਿੱਚ ਬੈਠ ਕੇ ਸਾਨੂੰ ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਕਿਸੇ ਵੀ ਜਾਮੇ ਵਿੱਚ ਜਨਮ ਲੈ ਕੇ ਅਸੀਂ ਕਦੀ ਸੁੱਖ ਨਹੀਂ ਪਾ ਸਕਦੇ, ਕਦੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। ਜੇ ਮਨੁੱਖ ਸਰੀਰ ਵਿੱਚ ਜਨਮ ਲੈ ਕੇ ਵੀ ਸਾਨੂੰ ਕਦੇ ਸੁੱਖ ਔਰ ਸ਼ਾਂਤੀ ਨਹੀਂ ਮਿਲਦੀ, ਤਾਂ ਵਿਚਾਰ ਕਰਕੇ ਦੇਖ ਲਓ ਹੋਰ ਕਿਸ ਦੇਹ ਦੇ ਅੰਦਰ ਬੈਠ ਕੇ ਅਸੀਂ ਸੁੱਖ ਹਾਸਲ ਕਰ ਸਕਦੇ ਹਾਂ, ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ। ਮਹਾਤਮਾ ਉਪਦੇਸ਼ ਕਰਦੇ ਹਨ ਕਿ ਜਦ ਤੱਕ ਸਾਡੀ ਆਤਮਾ ਵਾਪਸ ਜਾ ਕੇ ਉਸ ਪਰਮਾਤਮਾ ਵਿੱਚ ਨਹੀਂ ਸਮਾ ਜਾਂਦੀ, ਸਾਡਾ ਮਰਨ ਜੰਮਣ ਅਤੇ ਦੁੱਖਾਂ ਤੋਂ, ਦੇਹਾਂ ਦੇ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਔਰ ਆਤਮਾ ਜਦ ਵੀ ਵਾਪਸ ਜਾ ਕੇ ਪਰਮਾਤਮਾ ਵਿੱਚ ਸਮਾ ਸਕਦੀ ਹੈ, ਗੁਰਮੁਖਾਂ ਦੇ ਜ਼ਰੀਏ ਸਮਾ ਸਕਦੀ ਹੈ, ਸਾਧੂ ਸੰਤਾਂ ਮਹਾਤਮਾਵਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸਮਾ ਸਕਦੀ ਹੈ। ਕਿਉਂਕਿ ਜਿਹੜੇ ਗੁਰਮੁਖ ਲੋਕ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦੇ ਅੰਦਰ ਲਿਵਲੀਨ ਹੋ ਚੁੱਕੇ ਹਨ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜੋ ਮਾਲਕ ਦੇ ਭਗਤ ਔਰ ਪਿਆਰੇ ਹਨ, ਉਹ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਉਹਨਾਂ ਦੇ ਔਰ ਪਰਮਾਤਮਾ ਦੇ ਅੰਦਰ ਕੋਈ ਭਿੰਨ ਭੇਦ ਨਹੀਂ ਹੁੰਦਾ। ਉਹਨਾਂ ਦਾ ਔਰ ਪਰਮਾਤਮਾ ਦਾ ਕੀ ਸੰਬੰਧ ਹੁੰਦਾ ਹੈ? ਆਪ ਕਹਿੰਦੇ ਹਨ, ਜਿਉਂ ਜਲ ਤਰੰਗ ਉਠੈ ਬਹੁ ਭਾਤੀ, ਫਿਰ ਸੱਲੇ ਸਲਲ ਸਮਾਏ ਦਾ। ਸਮੁੰਦਰ ਦੇ ਪਾਣੀ ਵਿੱਚ 2-4 ਮਿੰਟ ਲਈ ਇੱਕ ਲਹਿਰ ਉੱਠਦੀ ਹੈ, ਫਿਰ ਉਹ ਵਾਪਸ ਜਾ ਕੇ ਸਮੁੰਦਰ ਦੇ ਅੰਦਰ ਹੀ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਨਾਲ ਸੰਬੰਧ ਹੈ, ਉਹੀ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਉਸ ਮਾਲਕ ਨਾਲ ਸੰਬੰਧ ਹੈ। ਜੇ ਅਸੀਂ ਕੋਈ ਚੀਜ਼ ਲਹਿਰ ਦੇ ਹਵਾਲੇ ਕਰ ਦਈਏ ਤਾਂ ਉਹ ਲਹਿਰ ਉਸ ਨੂੰ ਨਾਲ ਲੈ ਕੇ ਸਮੁੰਦਰ ਦੇ ਅੰਦਰ ਸਮਾ ਜਾਂਦੀ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੰਤ ਮਹਾਤਮਾ ਉਸ ਪਰਮਾਤਮਾ ਜਾਂ ਸਤਨਾਮ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ। ਉਹ ਦੁਨੀਆ ਵਿੱਚ ਆ ਕੇ ਸ਼ਬਦ ਜਾਂ ਨਾਮ ਦਾ ਹੋਕਾ ਦਿੰਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ, ਔਰ ਵਾਪਸ ਜਾ ਕੇ ਸਦਾ ਲਈ ਉਸ ਸ਼ਬਦ ਔਰ ਨਾਮ ਦੇ ਅੰਦਰ ਹੀ ਸਮਾ ਜਾਂਦੇ ਹਨ। ਜਦ ਅਸੀਂ ਉਹਨਾਂ ਦੀ ਸੰਗਤ ਔਰ ਸੋਬਤ ਕਰਦੇ ਹਾਂ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਦੇ ਹਾਂ, ਤਾਂ ਅਸੀਂ ਵੀ ਉਹਨਾਂ ਦੀ ਭਗਤੀ ਕਰਕੇ, ਉਹਨਾਂ ਦੀ ਭਗਤੀ ਦੁਆਰਾ, ਉਹਨਾਂ ਦੇ ਪਿਆਰ ਦੁਆਰਾ ਵਾਪਸ ਜਾ ਕੇ ਉਸ ਪਰਮਾਤਮਾ ਵਿੱਚ ਸਮਾ ਜਾਂਦੇ ਹਾਂ। ਹਜ਼ਰਤ ਈਸਾ ਨੇ ਬਾਈਬਲ ਵਿੱਚ ਕਿਹਾ ਹੈ, ਤੁਸੀਂ ਮੇਰੇ ਅੰਦਰ ਸਮਾਏ ਹੋਏ ਹੋ, ਮੈਂ ਆਪਣੇ ਪਿਤਾ ਉਸ ਪਰਮਾਤਮਾ ਦੇ ਅੰਦਰ ਸਮਾਇਆ ਹੋਇਆ ਹਾਂ। ਇਸ ਲਈ ਤੁਸੀਂ ਵੀ ਮੇਰੇ ਜ਼ਰੀਏ ਉਸ ਪਰਮਾਤਮਾ ਦੇ ਅੰਦਰ ਸਮਾਏ ਹੋਏ ਹੋ।
ਇਹੋ ਉਪਦੇਸ਼ ਗੁਰੂ ਸਾਹਿਬ ਸਾਨੂੰ ਇੱਥੇ ਦੇ ਰਹੇ ਹਨ ਕਿ ਜੋ ਵੀ ਮਾਲਕ ਦੇ ਭਗਤ ਔਰ ਪਿਆਰੇ ਹਨ, ਉਹ ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਪਿਆਰ ਦੁਆਰਾ ਸਦਾ ਲਈ ਉਸ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਉਸ ਮਾਲਕ ਨੂੰ ਆਪਾਂ ਦੇਖਿਆ ਨਹੀਂ। ਜਦ ਤੱਕ ਕੋਈ ਸਾਡੇ ਵਰਗਾ ਹੋ ਕੇ ਸਾਨੂੰ ਨਾ ਸਮਝਾਏ, ਸਾਨੂੰ ਕਦੇ ਪਰਮਾਤਮਾ ਦਾ ਪਤਾ ਨਹੀਂ ਲੱਗ ਸਕਦਾ। ਸਾਡੇ ਅੰਦਰ ਕਦੇ ਵੀ ਮਾਲਕ ਦਾ ਪਿਆਰ ਔਰ ਸ਼ੌਕ ਪੈਦਾ ਨਹੀਂ ਹੋ ਸਕਦਾ। ਉਹ ਗੁਰਮੁਖ ਲੋਕ ਪਰਮਾਤਮਾ ਵਿੱਚੋਂ ਹੀ ਆਉਂਦੇ ਹਨ, ਸਾਡੇ ਅੰਦਰ ਪਰਮਾਤਮਾ ਨਾਲ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ, ਸਾਨੂੰ ਜੁਗਤੀ ਔਰ ਸਾਧਨ ਸਮਝਾ ਦਿੰਦੇ ਹਨ ਔਰ ਸਾਨੂੰ ਵੀ ਨਾਲ ਲੈ ਕੇ ਵਾਪਸ ਉਸ ਪਰਮਾਤਮਾ ਦੇ ਅੰਦਰ ਹੀ ਸਮਾ ਜਾਂਦੇ ਹਨ। ਇਸ ਲਈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦੁਨੀਆ ਦੇ ਅੰਦਰ ਦੋ ਕਿਸਮ ਦੇ ਪਾਰਸ ਹਨ। ਇੱਕ ਤਾਂ ਉਹ ਪਰਮਾਤਮਾ ਪਾਰਸ ਹੈ ਔਰ ਦੂਸਰੇ ਮਾਲਕ ਦੇ ਭਗਤ ਔਰ ਪਿਆਰੇ ਪਾਰਸ ਹਨ। ਜਿਸ ਵਕਤ ਅਸੀਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਅਸੀਂ ਵੀ ਪਾਰਸ ਬਣ ਜਾਂਦੇ ਹਾਂ। ਸਾਡਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਹਮ ਨਿਰਗੁਣੀ ਮਨੂਰਿਅਤ ਫੀਕੇ, ਮਿਲ ਸਤਿਗੁਰ ਪਾਰਸ ਕੀਜੇ। ਤੁਹਾਨੂੰ ਚੌਥੀ ਪਾਤਸ਼ਾਹੀ ਦੀ ਜ਼ਿੰਦਗੀ ਦੇ ਹਾਲਾਤ ਦਾ ਤਾਂ ਪਤਾ ਹੈ ਕਿ ਜਿਸ ਸਮੇਂ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਗੱਦੀ ਉੱਤੇ ਸਨ, ਆਪ ਉਸ ਵਕਤ ਘੁੰਗਣੀਆਂ ਵੇਚਿਆ ਕਰਦੇ ਸਨ। ਜਿਸ ਵਕਤ ਆਪ ਸਤਿਗੁਰੂ ਦੀ ਸੰਗਤ ਵਿੱਚ ਆਏ, ਉਹਨਾਂ ਨੇ ਇਤਨੀ ਦਇਆ ਮਿਹਰ ਬਖਸ਼ਿਸ਼ ਕੀਤੀ ਕਿ ਉਹਨਾਂ ਨੇ ਆਪਣੇ ਆਪ ਨੂੰ ਆਪਣਾ ਹੀ ਰੂਪ ਬਣਾ ਲਿਆ, ਬਲਕਿ ਆਪਣੀ ਥਾਂ ਗੱਦੀ ਉੱਤੇ ਬਿਠਾ ਦਿੱਤਾ। ਆਪ ਬਹੁਤ ਨਿਮਰਤਾ ਔਰ ਪ੍ਰੇਮ ਨਾਲ ਕਹਿੰਦੇ ਹਨ ਕਿ ਮੈਂ ਤਾਂ ਲੋਹਾ ਵੀ ਨਹੀਂ ਸੀ, ਲੋਹੇ ਦੀ ਮੈਲ ਸੀ। ਪਰ ਜਿਸ ਸਮੇਂ ਸਤਿਗੁਰੂ ਦੀ ਸੰਗਤ ਵਿੱਚ ਆਇਆ, ਉਹਨਾਂ ਦੀ ਸੋਹਬਤ ਵਿੱਚ ਆਇਆ, ਉਹਨਾਂ ਨੇ ਮੇਰੇ ਉੱਪਰ ਵੀ ਦਇਆ ਮਿਹਰ ਬਖਸ਼ਿਸ਼ ਕਰ ਦਿੱਤੀ, ਮੈਨੂੰ ਵੀ ਉਹਨਾਂ ਨੇ ਪਾਰਸ ਬਣਾ ਲਿਆ। ਆਪ ਫਰਮਾਉਂਦੇ ਹਨ ਕਿ ਨਾ ਮੇਰੇ ਅੰਦਰ ਕੋਈ ਕਮਾਈ ਸੀ, ਨਾ ਮਾਲਕ ਦੇ ਮਿਲਣ ਦੀ ਖਾਹਿਸ਼ ਔਰ ਪ੍ਰੇਮ ਸੀ, ਨਾ ਮੈਨੂੰ ਪਰਮਾਤਮਾ ਦਾ ਪਤਾ ਸੀ, ਨਾ ਹੀ ਮੈਂ ਕਦੇ ਮਾਲਕ ਦੀ ਖੋਜ ਕੀਤੀ ਸੀ। ਪਰ ਮੇਰੇ ਸਤਿਗੁਰੂ ਨੇ ਮੇਰੇ ਉੱਤੇ ਇਤਨੀ ਦਇਆ ਮਿਹਰ ਬਖਸ਼ਿਸ਼ ਕੀਤੀ ਕਿ ਮੈਨੂੰ ਆਪਣੀ ਸ਼ਰਨ ਵਿੱਚ ਲੈ ਕੇ ਆਪਣਾ ਹੀ ਰੂਪ ਬਣਾ ਲਿਆ ਜੀ। ਸੁਰਗ ਮੁਕਤ ਬੇਕੁੰਠ ਸਭ ਬਾਂਛੇ, ਨਿਤ ਆਸਾ ਆਸ ਕਰੀ ਜੈ। ਹੁਣ ਦੁਨੀਆ ਅੰਦਰ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਦੁਨੀਆ ਕਿਸ ਤਰ੍ਹਾਂ ਸਵਰਗਾਂ ਔਰ ਵਿਕੰਠਾਂ ਨੂੰ ਹਾਸਲ ਕਰਨ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਹੈ। ਲੋਕ ਦਿਨ ਰਾਤ ਇਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਸੋਚ ਰਹੇ ਹਨ। ਕੋਈ ਜਪ ਤਪ ਕਰਦਾ ਹੈ, ਕੋਈ ਪੂਜਾ ਪਾਠ ਕਰਦਾ ਹੈ, ਕੋਈ ਪੁੰਨ ਦਾਨ ਕਰਦਾ ਹੈ, ਕੋਈ ਘਰ-ਬਾਰ ਛੱਡ ਕੇ ਜੰਗਲ ਪਹਾੜਾਂ ਵਿੱਚ ਲੁਕਿਆ ਬੈਠਾ ਹੈ। ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ? ਸਵਰਗ ਹਾਸਲ ਕਰਨਾ ਚਾਹੁੰਦੇ ਹਾਂ, ਵਿਕੁੰਠ ਹਾਸਲ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਹੜੇ ਇਹਨਾਂ ਤੋਂ ਕੁਛ ਵੱਧ ਬੁੱਧੀਮਾਨ ਹਨ, ਉਹ ਸਵਰਗਾਂ ਵਿਕੰਠਾਂ ਨੂੰ ਨਹੀਂ ਢੂੰਡਦੇ, ਉਹ ਮੁਕਤੀ ਦੇ ਪਿੱਛੇ ਦੌੜੇ ਫਿਰਦੇ ਹਨ। ਉਹ ਮੋਕਸ਼ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਲੇਕਿਨ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਂਕ ਹੈ, ਇਸ਼ਕ ਹੈ, ਬਿਰਹਾ ਹੈ, ਤੜਫ ਹੈ, ਪਿਆਰ ਹੈ, ਕੀ ਉਹ ਪਰਮਾਤਮਾ ਤੋਂ ਮੁਕਤੀ ਮੰਗਦੇ ਹਨ, ਬੇਕੁੰਠ ਮੰਗਦੇ ਹਨ? ਉਹ ਮਾਲਕ ਤੋਂ ਮਾਲਕ ਨੂੰ ਮੰਗਦੇ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ, ਹਰ ਦਰਸ਼ਨ ਕੇ ਜਨ ਮੁਕਤ ਨਾ ਮਾਂਗੇ ਮਿਲ, ਦਰਸ਼ਨ ਤ੍ਰਿਪਤ ਮਨ ਤੀਜੈ। ਉਹ ਮਾਲਕ ਤੋਂ ਕੀ ਮੰਗਦੇ ਹਨ? ਗੁਰੂ ਸਾਹਿਬ ਅੱਗੇ ਸਮਝਾਉਂਦੇ ਹਨ ਜੀ, ਹਰ ਦਰਸ਼ਨ ਕੈ ਜਨ ਮੁਕਤ ਨਾ ਮਾਂਗੇ, ਮਿਲ ਦਰਸ਼ਨ ਤ੍ਰਿਪਤ ਮਨ ਤੀਜੈ। ਆਪ ਫਰਮਾਉਂਦੇ ਹਨ ਕਿ ਉਹਨਾਂ ਨੇ ਸਵਰਗ ਔਰ ਵਿਕੰਠਾਂ ਤਾਂ ਕੀ ਮੰਗਣੇ ਹਨ, ਉਹ ਤਾਂ ਪਰਮਾਤਮਾ ਤੋਂ ਮੁਕਤੀ ਵੀ ਨਹੀਂ ਮੰਗਦੇ।
ਉਹਨਾਂ ਦੇ ਅੰਦਰ ਤਾਂ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਹੈ, ਸੱਚਾ ਪ੍ਰੇਮ ਹੈ, ਸੱਚਾ ਪਿਆਰ ਹੈ। ਉਹ ਤਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗਦੇ ਹਨ। ਜਦ ਤੱਕ ਉਹਨਾਂ ਨੂੰ ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ, ਉਹਨਾਂ ਦੇ ਮਨ ਵਿੱਚ ਕਦੇ ਤ੍ਰਿਪਤ ਨਹੀਂ ਆ ਸਕਦੀ, ਉਹਨਾਂ ਦੇ ਅੰਦਰੋਂ ਕਦੇ ਬਿਰਹਾ ਔਰ ਤੜਪ ਦੂਰ ਨਹੀਂ ਹੋ ਸਕਦੀ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੁਕਤੀ ਤਾਂ ਉਹਨਾਂ ਦੇ ਪਿੱਛੇ ਪਿੱਛੇ ਦੌੜੀ ਫਿਰਦੀ ਹੈ। ਜਿਸ ਵਕਤ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਦੇਹ ਦੇ ਬੰਧਨਾਂ ਤੋਂ ਸਾਡਾ ਉਸੇ ਵਕਤ ਛੁਟਕਾਰਾ ਹੋ ਜਾਂਦਾ ਹੈ। ਪਰ ਹਾਲੇ ਵੀ ਅਸੀਂ ਮਾਲਕ ਤੋਂ ਬਹੁਤ ਦੂਰ ਹੁੰਦੇ ਹਾਂ। ਜਦ ਤੱਕ ਆਪਣੇ ਘਰ ਵਾਪਸ ਨਹੀਂ ਪਹੁੰਚ ਜਾਂਦੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਲੈਂਦੇ, ਤਦ ਤੱਕ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੇ ਅੰਦਰੋਂ ਤੜਪ ਦੂਰ ਨਹੀਂ ਹੁੰਦੀ, ਉਹਨਾਂ ਦਾ ਇਸ਼ਕ ਔਰ ਪ੍ਰੇਮ ਪੂਰਾ ਨਹੀਂ ਹੁੰਦਾ। ਇਸ ਲਈ ਆਪ ਸਮਝਾਉਂਦੇ ਹਨ ਕਿ ਮਾਲਕ ਤੋਂ ਤਾਂ ਸਿਰਫ ਮਾਲਕ ਹੀ ਮੰਗਣਾ ਚਾਹੀਦਾ ਹੈ। ਮੁਕਤੀ ਦਾ ਕੀ ਮੰਗਣਾ, ਸਵਰਗਾਂ ਬੈਕੁੰਠਾਂ ਦਾ ਕੀ ਮੰਗਣਾ। ਜਦ ਤੱਕ ਸਾਡੇ ਅੰਦਰ ਮਾਲਕ ਨਾਲ ਮਿਲਣ ਦਾ ਇਸ਼ਕ ਔਰ ਪਿਆਰ ਪੈਦਾ ਨਹੀਂ ਹੁੰਦਾ, ਬਿਰਹਾ ਔਰ ਤੜਪ ਪੈਦਾ ਨਹੀਂ ਹੁੰਦੀ, ਅਸੀਂ ਆਪਣੀ ਭਗਤੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ। ਜਿਸ ਨੂੰ ਮਾਲਕ ਮਿਲ ਜਾਂਦਾ ਹੈ, ਕਿਹੜੀ ਚੀਜ਼ ਬਾਕੀ ਰਹਿ ਜਾਂਦੀ ਹੈ। ਹਾਥੀ ਕੇ ਪਾँव में सबका पाँव। ਜਿਸ ਨੂੰ ਭੰਡਾਰੀ ਹੀ ਮਿਲ ਜਾਏ, ਉਸ ਨੂੰ ਭੰਡਾਰ ਦੀ ਕੀ ਕਮੀ ਹੋ ਸਕਦੀ ਹੈ। ਜਿਸ ਨੂੰ ਰਚਨਾ ਦਾ ਰਚਨਹਾਰ ਮਿਲ ਜਾਵੇ, ਉਹਨੂੰ ਰਚਨਾ ਜਾਂ ਰਚਨਾ ਦੇ ਪਦਾਰਥਾਂ ਦੀ ਕੀ ਕਮੀ ਹੋ ਸਕਦੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਾਲਕ ਨਾਲ ਮਿਲਣ ਦਾ ਸੱਚਾ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ, ਸੱਚਾ ਇਸ਼ਕ ਪੈਦਾ ਕਰਨਾ ਚਾਹੀਦਾ ਹੈ, ਸੱਚਾ ਪਿਆਰ ਪੈਦਾ ਕਰਨਾ ਚਾਹੀਦਾ ਹੈ। ਰਾਬਿਆ ਬਸਰੀ ਮੁਸਲਮਾਨਾਂ ਦੇ ਅੰਦਰ ਇੱਕ ਬਹੁਤ ਮਸ਼ਹੂਰ ਮਹਾਤਮਾ ਹੋਈ ਹੈ। ਉਹ ਆਪਣੇ ਕਲਾਮ ਵਿੱਚ ਕਹਿੰਦੀ ਹੈ, ਪਰਮਾਤਮਾ ਜੇ ਮੇਰੇ ਵੱਸ ਵਿੱਚ ਹੋਵੇ ਤਾਂ ਇਹ ਦੋਜ਼ਖ ਜਾਂ ਨਰਕ ਬਣਾਏ ਹੋਏ ਹਨ, ਇਹਨਾਂ ਨੂੰ ਅੱਗ ਲਾ ਕੇ ਸਾੜ ਦਿਆਂ। ਇਹ ਜੋ ਤੂੰ ਸਵਰਗ ਜਾਂ ਬਹਿਸ਼ਤ ਬਣਾਏ ਹੋਏ ਹਨ, ਇਹਨਾਂ ਨੂੰ ਸਮੁੰਦਰ ਵਿੱਚ ਡੋਬ ਦਿਆਂ, ਤਾਂ ਜੋ ਦੁਨੀਆ ਦੇ ਜੀਵ ਨਾ ਤਾਂ ਕਦੇ ਨਰਕਾਂ ਦੀ ਅੱਗ ਤੋਂ ਡਰਦੇ ਹੋਏ ਤੇਰੀ ਭਗਤੀ ਕਰਨ ਔਰ ਨਾ ਕਦੇ ਸਵਰਗਾਂ ਦੀ ਆਸ਼ਾ ਰੱਖ ਕੇ ਤੇਰੀ ਭਗਤੀ ਕਰਨ। ਜਦ ਤੱਕ ਅਸੀਂ ਉਸ ਮਾਲਕ ਦੀ ਭਗਤੀ ਸਿਰਫ ਉਸ ਮਾਲਕ ਦੇ ਮਿਲਣ ਦੀ ਖਾਤਰ ਨਹੀਂ ਕਰਦੇ, ਤਦ ਤੱਕ ਅਸੀਂ ਆਪਣੀ ਭਗਤੀ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ। ਤੁਲਸੀ ਸਾਹਿਬ ਵੀ ਇਹੋ ਹੀ ਸਾਨੂੰ ਸਮਝਾਉਂਦੇ ਹਨ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕੇ ਆਨੇ ਕੇ लिए, ध्यान गैरों का उठा उसके बिठाने के लिए। ਅਸੀਂ ਸਭ ਦੁਨੀਆ ਦੇ ਜੀਵ ਚਾਹੁੰਦੇ ਹਾਂ ਕਿ ਉਹ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਆ ਕੇ ਬੈਠ ਜਾਏ। ਤੁਲਸੀ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਉਸ ਪਰਮਾਤਮਾ ਨੂੰ ਬਿਠਾਉਣਾ ਕਿੱਥੇ ਚਾਹੁੰਦੇ ਹਾਂ। ਜਿਸ ਹਿਰਦੇ ਦੇ ਅੰਦਰ ਉਸ ਪਰਮਾਤਮਾ ਨੂੰ ਬਿਠਾਉਣਾ ਚਾਹੁੰਦੇ ਹਾਂ, ਉਹ ਤਾਂ ਗੈਰਾਂ ਦੇ ਮੋਹ ਔਰ ਪਿਆਰ ਵਿੱਚ ਭਟਕਦਾ ਫਿਰਦਾ ਹੈ, ਤੜਪਦਾ ਫਿਰਦਾ ਹੈ। ਇਹ ਗੈਰ ਕੌਣ ਹਨ? ਜੋ ਕੁਛ ਅਸੀਂ ਅੱਖਾਂ ਨਾਲ ਦੁਨੀਆ ਦੇ ਅੰਦਰ ਦੇਖਦੇ ਹਾਂ, ਸਭ ਗੈਰ ਹਨ। ਇਹਨਾਂ ਸਭ ਨੇ ਸਾਡਾ ਸਾਥ ਛੱਡ ਜਾਣਾ ਹੈ। ਅਸੀਂ ਇਹਨਾਂ ਦੇ ਮੋਹ ਔਰ ਪਿਆਰ ਵਿੱਚ ਫਸ ਕੇ ਉਸ ਪਰਮਾਤਮਾ ਨੂੰ ਭੁੱਲੇ ਹੋਏ ਹਾਂ, ਆਪਣੇ ਘਰ ਨੂੰ ਭੁੱਲੇ ਹੋਏ ਹਾਂ, ਆਪਣੇ ਮੰਜ਼ਿਲੇ ਮਕਸੂਦ ਨੂੰ ਭੁੱਲੇ ਹੋਏ ਹਾਂ। ਇਸ ਲਈ ਆਪ ਸਮਝਾਉਂਦੇ ਹਨ ਕਿ ਤੁਸੀਂ ਪਰਮਾਤਮਾ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਗੈਰਾਂ ਦਾ ਮੋਹ ਔਰ ਪਿਆਰ ਛੱਡਣਾ ਪਵੇਗਾ। ਇਹਨਾਂ ਰਿਸ਼ਤੇਦਾਰ ਸੰਬੰਧੀਆਂ ਭੈਣ ਭਰਾਵਾਂ ਦੇ ਅੰਦਰੋਂ ਮੋਹ ਔਰ ਪਿਆਰ ਕੱਢਣਾ ਹੈ, ਤਾਂ ਕਿਤੇ ਜਾ ਕੇ ਸਾਡੇ ਅੰਦਰ ਮਾਲਕ ਨਾਲ ਮਿਲਣ ਦਾ ਇਸ਼ਕ ਪੈਦਾ ਹੁੰਦਾ ਹੈ, ਮਾਲਕ ਲਈ ਬਿਰਹਾ ਤੜਪ ਜਾਂ ਪਿਆਰ ਪੈਦਾ ਹੁੰਦਾ ਹੈ। ਤੁਸੀਂ ਦੇਖ ਲਓ ਕਿ ਸਾਡਾ ਕੋਈ ਮਾਮੂਲੀ ਜਿਹਾ ਦੋਸਤ ਜਾਂ ਰਿਸ਼ਤੇਦਾਰ ਸਾਡੇ ਤੋਂ ਕਿਤੇ ਦੂਰ ਚਲਿਆ ਜਾਵੇ ਤਾਂ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਸਾਡੀਆਂ ਅੱਖਾਂ ਵਿੱਚੋਂ ਦਿਨ ਰਾਤ ਆਂਸੂ ਟਪਕਦੇ ਰਹਿੰਦੇ ਹਨ। ਕਿ ਅਸੀਂ ਆਪਣੇ ਮਨ ਵਿੱਚ ਕਦੇ ਵਿਚਾਰ ਕੀਤਾ ਹੈ ਕਿ ਉਸ ਮਾਲਕ ਦੇ ਵਿਯੋਗ ਔਰ ਪਿਆਰ ਵਿੱਚ ਅਸੀਂ ਕਿਤਨੀਆਂ ਰਾਤਾਂ ਜਾਗ ਕੇ ਕੱਟੀਆਂ ਹਨ। ਸਾਡੀਆਂ ਅੱਖਾਂ ਵਿੱਚ ਕਿਤਨੇ ਆਂਸੂ ਆਏ ਹਨ। ਸਾਡਾ ਹਿਰਦਾ ਤਾਂ ਦੁਨੀਆ ਦੀਆਂ ਸ਼ਕਲਾਂ, ਦੁਨੀਆ ਦੇ ਪਦਾਰਥਾਂ ਲਈ ਤੜਫਦਾ ਔਰ ਭਟਕਦਾ ਫਿਰਦਾ ਹੈ, ਔਰ ਮਿਲਣਾ ਅਸੀਂ ਮਾਲਕ ਨੂੰ ਚਾਹੁੰਦੇ ਹਾਂ। ਇਹ ਦੋਵੇਂ ਗੱਲਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ। ਮਨ ਤਾਂ ਉਹੀ ਹੈ, ਚਾਹੇ ਉਹਨੂੰ ਦੁਨੀਆ ਦੇ ਮੋਹ ਔਰ ਪਿਆਰ ਵਿੱਚ ਫਸਾ ਲਓ, ਚਾਹੇ ਮਾਲਕ ਦੀ ਭਗਤੀ ਔਰ ਪਿਆਰ ਵਿੱਚ ਲਗਾ ਲਓ। ਇਸ ਲਈ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਮਾਲਕ ਦੇ ਮਿਲਣ ਵਾਲਿਆਂ ਦੇ ਅੰਦਰ, ਮਾਲਕ ਦੇ ਭਗਤਾਂ ਔਰ ਪਿਆਰਿਆਂ ਦੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਔਰ ਪਿਆਰ ਪੈਦਾ ਹੁੰਦਾ ਹੈ, ਉਹ ਤਾਂ ਮਾਲਕ ਤੋਂ ਸਿਰਫ ਮਾਲਕ ਹੀ ਮੰਗਦੇ ਹਨ। ਉਹ ਕਦੇ ਵੀ ਆਪਣੀ ਭਗਤੀ ਦੇ ਬਦਲੇ ਮਾਲਕ ਤੋਂ ਸਵਰਗ, ਬੈਕੁੰਠ, ਮੁਕਤੀ ਵਗੈਰਾ ਕੁਛ ਨਹੀਂ ਮੰਗਦੇ। ਉਹ ਕਿਸੇ ਬੇਜਾਨੇ ਜਾਂ ਬਦਲੇ ਲਈ ਭਗਤੀ ਨਹੀਂ ਕਰਦੇ। ਉਹ ਤਾਂ ਭਗਤੀ ਇਸ ਲਈ ਕਰਦੇ ਹਨ ਕਿ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਈਏ ਜੀ। ਮਾਇਆ ਮੋਹ
सबल है पारी, मोह कालख दाग लगी जै। ਹੁਣ ਫਰਮਾਉਂਦੇ ਹਨ ਕਿ ਮਾਇਆ ਔਰ ਮੋਹ ਦੋ ਬੜੀਆਂ ਜ਼ਬਰਦਸਤ ਤਾਕਤਾਂ ਹਨ। ਮਾਇਆ ਹਰ ਕਿਸੇ ਨੂੰ ਘੇਰ ਕੇ ਇਸ ਮਾਇਆ ਦੇ ਜਾਲ ਵਿੱਚ ਫਸਾ ਦਿੰਦੀ ਹੈ। ਹਜ਼ੂਰ ਮਹਾਰਾਜ ਜੀ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ। ਆ ਫਰਮਾਉਂਦੇ ਹੁੰਦੇ ਸਨ ਕਿ ਦੁਨੀਆ ਤਾਂ ਕੱਜਲ ਦੀ ਕੋਠੜੀ ਹੈ, ਭਾਵੇਂ ਅਸੀਂ ਕਿੰਨੀ ਬੁੱਧੀਮਾਨੀ, ਹੁਸ਼ਿਆਰੀ ਔਰ ਚਲਾਕੀ ਨਾਲ ਇਸ ਦੁਨੀਆ ਵਿੱਚ ਕਿਉਂ ਨਾ ਰਹੀਏ, ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਦਾਗ ਕਿਸੇ ਨਾ ਕਿਸੇ ਵਕਤ ਜ਼ਰੂਰ ਲੱਗ ਜਾਂਦਾ ਹੈ। ਜੋ ਮਾਲਕ ਦੇ ਭਗਤ ਔਰ ਪਿਆਰੇ ਹਨ, ਜਿਨ੍ਹਾਂ ਦੇ ਅੰਦਰ ਮਾਲਕ ਦੇ ਮਿਲਣ ਦੀ ਬਿਰਹਾ, ਤੜਪ ਔਰ ਪਿਆਰ ਹੈ, ਉਹਨਾਂ ਦੀ ਸੰਸਾਰ ਵਿੱਚ ਕੀ ਦਸ਼ਾ ਹੁੰਦੀ ਹੈ, ਅੱਗੇ ਖੋਲ੍ਹ ਕੇ ਸਮਝਾਉਂਦੇ ਹਨ ਜੀ। ਮੇਰੇ ਠਾਕੁਰ ਕੇ ਜਨ ਅਲਿਪਤ ਹੈ, ਮੁਕਤੇ ਜੂੰ ਮੁਰਗਾਈ ਪੰਖ ਨ ਪੀਜੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੋ ਮਾਲਕ ਦੇ ਭਗਤ ਹਨ, ਮਾਲਕਾਂ ਦੇ ਆਸ਼ਕ ਔਰ ਪਿਆਰੇ ਹਨ, ਉਹ ਇਸ ਦੁਨੀਆ ਵਿੱਚ ਰਹਿੰਦੇ ਹੋਏ ਵੀ ਇਸ ਦੁਨੀਆ ਦੀ ਗੰਦਗੀ ਵਿੱਚ ਨਹੀਂ ਲਿਪੜਦੇ। ਉਹ ਇਸ ਤਰ੍ਹਾਂ ਦੁਨੀਆ ਵਿੱਚ ਰਹਿੰਦੇ ਹਨ ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ। ਉਹ ਜਿਸ ਸਮੇਂ ਉੱਡਦੀ ਹੈ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ। ਗੁਰੂ ਸਾਹਿਬ ਦੇ ਸਮਝਾਉਣ ਦਾ ਮਤਲਬ ਕਿ ਸਾਨੂੰ ਲੜਕੇ ਲੜਕੀਆਂ ਨੂੰ ਛੱਡ ਕੇ, ਘਰ-ਬਾਰ ਨੂੰ ਛੱਡ ਕੇ ਜੰਗਲ ਪਹਾੜਾਂ ਵਿੱਚ ਛੁਪਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਦੁਨੀਆ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਪਰ ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਦੀ ਗੰਦਗੀ ਵਿੱਚ ਨਹੀਂ ਲਿਪੜਨਾ। ਇਸ ਗੰਦਗੀ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਅਸੀਂ ਹਰ ਵਕਤ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣਾ ਖਿਆਲ ਸ਼ਬਦ ਨਾਲ ਜੋੜ ਕੇ ਰੱਖੀਏ, ਨਾਮ ਨਾਲ ਜੋੜ ਕੇ ਰੱਖੀਏ। ਹਜ਼ੂਰ ਮਹਾਰਾਜ ਜੀ ਸਮਝਾਇਆ ਕਰਦੇ ਸਨ ਕਿ ਦੁਨੀਆ ਵਿੱਚ ਇਸ ਤਰ੍ਹਾਂ ਰਹਿਣਾ ਹੈ ਜਿਸ ਤਰ੍ਹਾਂ ਵਿਆਹੀ ਹੋਈ ਲੜਕੀ ਮਾਤਾ ਪਿਤਾ ਦੇ ਘਰ ਵਿੱਚ ਰਹਿੰਦੀ ਹੈ। ਉਹ ਮਾਤਾ ਪਿਤਾ ਦੀ ਸੇਵਾ ਵੀ ਕਰਦੀ ਹੈ, ਸਖੀਆਂ ਸਹੇਲੀਆਂ ਨਾਲ ਹੱਸਦੀ ਖੇਡਦੀ ਵੀ ਹੈ, ਚੌਂਕੇ ਚੁੱਲ੍ਹੇ ਦਾ ਕੰਮਕਾਜ ਵੀ ਕਰਦੀ ਹੈ, ਪਰ ਉਹ ਆਪਣੇ ਮਾਤਾ ਪਿਤਾ ਦੇ ਘਰ ਰਹਿੰਦੀ ਹੋਈ ਵੀ ਆਪਣੇ ਪਤੀ ਨੂੰ ਕਦੇ ਨਹੀਂ ਭੁੱਲਦੀ। ਉਹਦਾ ਮਨ ਸਦਾ ਪਤੀ ਦੇ ਚਰਨਾਂ ਵਿੱਚ, ਪਤੀ ਦੀ ਭਗਤੀ ਵਿੱਚ, ਪਤੀ ਦੇ ਪਿਆਰ ਵਿੱਚ ਲੀਨ ਰਹਿੰਦਾ ਹੈ। ਸਾਡਾ ਪਤੀ ਕੌਣ ਹੈ? ਉਹ ਪਰਮਾਤਮਾ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਪਰਮੇਸ਼ਰ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਨਾਂ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ ਪਰ ਜਦ ਉੱਡਦੀ ਹੈ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ। ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਨੀਚੇ ਹੁੰਦੀਆਂ ਹਨ ਪਰ ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਦੁਨੀਆ ਦੇ ਕੰਮਕਾਜ ਕਰਦੇ ਹੋਏ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਭਾਵ ਸਾਗਰ ਤੋਂ ਪਾਰ ਹੋ ਜਾਣਾ ਹੈ। ਜੰਗਲਾਂ ਪਹਾੜਾਂ ਵਿੱਚ ਜਾਣ ਨਾਲ ਸਾਡੇ ਅੰਦਰ ਮਾਲਕ ਨਾਲ ਮਿਲਣ ਦਾ ਕੋਈ ਬਹੁਤਾ ਸ਼ੌਕ ਔਰ ਪਿਆਰ ਪੈਦਾ ਨਹੀਂ ਹੋ ਜਾਂਦਾ। ਉੱਥੇ ਜਾ ਕੇ ਵੀ ਸਾਡੇ ਪੇਟ ਨੂੰ ਖਾਣੇ ਦੀ ਜ਼ਰੂਰਤ ਪੈਂਦੀ ਹੈ, ਰਹਿਣ ਲਈ ਸਾਨੂੰ ਕਿਸੇ ਮਕਾਨ ਜਾਂ ਕੋਠੜੀ ਦੀ ਜ਼ਰੂਰਤ ਪੈਂਦੀ ਹੈ। ਉੱਥੇ ਜਾ ਕੇ ਸਾਥੋਂ ਛੁੱਟਦੀ ਕਿਹੜੀ ਚੀਜ਼ ਹੈ? ਉਹੀ ਇੱਛਾਵਾਂ, ਤ੍ਰਿਸ਼ਨਾਵਾਂ ਉਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਛੁਪੀਆਂ ਰਹਿੰਦੀਆਂ ਹਨ। ਜਿਸ ਵਕਤ ਵਾਪਸ ਆ ਕੇ ਦੁਬਾਰਾ ਦੁਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ, ਸਾਡਾ ਮਨ ਸਾਨੂੰ ਉਸੇ ਤਰ੍ਹਾਂ ਉਂਗਲੀਆਂ ਉੱਤੇ ਨਚਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਮਹਾਤਮਾ ਸਮਝਾਉਂਦੇ ਹਨ ਕਿ ਦੁਨੀਆ ਦੇ ਅੰਦਰ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਪਰ ਦੁਨੀਆ ਵਿੱਚ ਰਹਿੰਦੇ ਹੋਏ ਵੀ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਨਾਲ ਜੋੜ ਕੇ ਰੱਖਣਾ ਹੈ ਜੀ। ਚੰਦਨ ਵਾਸ ਪਿਅੰਗਮ ਵੇੜੀ, ਕਿਵ ਮਿਲੀਐ ਚੰਦਨ ਲੀਜੈ। ਹੁਣ ਗੁਰੂ ਸਾਹਿਬ ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਚੰਦਨ ਦੇ ਦਰਖਤ ਬਹੁਤ ਹੀ ਖੁਸ਼ਬੂਦਾਰ ਹੁੰਦੇ ਹਨ। ਉਹਨਾਂ ਦਰਖਤਾਂ ਦੀ ਲੱਕੜੀ ਦੇ ਅੰਦਰ ਬਹੁਤ ਠੰਡਕ ਹੁੰਦੀ ਹੈ। ਜ਼ਹਿਰੀਲੇ ਸੱਪਾਂ ਨੂੰ ਉਹਨਾਂ ਦੀ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਔਰ ਉਹਦੀ ਠੰਡਕ ਵੀ ਬਹੁਤ ਅੱਛੀ ਲੱਗਦੀ ਹੈ।
ਇਸ ਲਈ ਉਹ ਚੰਦਨ ਦੇ ਦਰਖਤ ਦੇ ਚਾਰੇ ਪਾਸੇ ਲਿਪਟੇ ਰਹਿੰਦੇ ਹਨ। ਆਪ ਫਰਮਾਉਂਦੇ ਹਨ ਕਿ ਜੇ ਅਸੀਂ ਚੰਦਨ ਦੀ ਲੱਕੜੀ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ, ਕਿਉਂਕਿ ਚੰਦਨ ਦੇ ਦਰਖਤ ਨੂੰ ਤਾਂ ਬੜੇ ਜ਼ਹਿਰੀਲੇ ਸੱਪ ਲਿਪਟੇ ਹੋਏ ਹਨ। ਜਦ ਤੱਕ ਉਹ ਸੱਪ ਫੜੇ ਨਾ ਜਾਣ, ਮਾਰੇ ਨਾ ਜਾਣ, ਅਸੀਂ ਉਸ ਲੱਕੜੀ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ। ਆਪ ਸਮਝਾਉਂਦੇ ਹਨ ਕਿ ਸਾਨੂੰ ਇਹ ਮਨੁੱਖਾ ਸਰੀਰ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ ਅਤੇ ਇਸ ਵਿੱਚ ਬੈਠ ਕੇ ਅਸੀਂ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਰੂਪ ਹੋ ਸਕਦੇ ਹਾਂ। ਪਰ ਇਹਦੇ ਅੰਦਰ ਇੱਕ ਸੱਪ ਨੇ ਚਾਰੇ ਪਾਸਿਓਂ ਲਪੇਟਾ ਮਾਰਿਆ ਹੋਇਆ ਹੈ। ਉਹ ਸੱਪ ਕਿਹੜਾ ਹੈ? ਉਹ ਸਾਡਾ ਮਨ ਹੈ। ਇਹ ਕਦੇ ਸਾਨੂੰ ਕਾਮ ਵਿੱਚ ਫਸਾ ਦਿੰਦਾ ਹੈ, ਕਦੇ ਕ੍ਰੋਧ ਵਿੱਚ ਫਸਾ ਦਿੰਦਾ ਹੈ, ਕਦੇ ਲੋਭ ਮੋਹ ਹੰਕਾਰ ਵਿੱਚ ਫਸਾ ਦਿੰਦਾ ਹੈ। ਜਦ ਇਹ ਮਨ ਸਾਡੇ ਉੱਤੇ ਇਤਨਾ ਹਾਵੀ ਹੈ ਤਾਂ ਅਸੀਂ ਮਨੁੱਖਾ ਸਰੀਰ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਿਸ ਤਰ੍ਹਾਂ ਕਰ ਸਕਦੇ ਹਾਂ? ਪਰਮਾਤਮਾ ਨਾਲ ਮਿਲਾਪ ਕਿਵੇਂ ਕਰ ਸਕਦੇ ਹਾਂ? ਜਦ ਤੱਕ ਸਾਡਾ ਮਨ ਕਾਬੂ ਨਹੀਂ ਆਉਂਦਾ, ਇਹ ਸੱਪ ਫੜਿਆ ਨਹੀਂ ਜਾਂਦਾ, ਤਦ ਤੱਕ ਅਸੀਂ ਕਦੇ ਵੀ ਚੰਦਨ ਦੀ ਲੱਕੜੀ ਹਾਸਲ ਨਹੀਂ ਕਰ ਸਕਦੇ। ਅਸੀਂ ਆਪਣੇ ਸਰੀਰ ਦੇ ਅੰਦਰੋਂ ਕਦੇ ਨਾਮ ਰੂਪੀ ਦੌਲਤ ਹਾਸਲ ਨਹੀਂ ਕਰ ਸਕਦੇ ਜੀ। ਕਾਢ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ ਛੇਦ ਰਸ ਪੀਜੈ। ਹੁਣ ਗੁਰੂ ਸਾਹਿਬ ਦੱਸਦੇ ਹਨ ਕਿ ਚੰਦਨ ਦੀ ਲੱਕੜੀ ਹਾਸਲ ਕਰਨ ਦੀ ਇਹ ਜੁਗਤੀ ਹੈ ਕਿ ਅਸੀਂ ਤਲਵਾਰ ਹੱਥ ਵਿੱਚ ਲੈ ਕੇ ਉਸ ਸੱਪ ਦੇ ਟੁਕੜੇ ਟੁਕੜੇ ਕਰ ਦਈਏ, ਸੱਪ ਦੀ ਰੁਕਾਵਟ ਨੂੰ ਰਾਹ ਵਿੱਚੋਂ ਦੂਰ ਕਰ ਦਈਏ, ਫਿਰ ਅਸੀਂ ਮਰਜ਼ੀ ਮੁਤਾਬਕ ਚੰਦਨ ਦੀ ਲੱਕੜੀ ਹਾਸਲ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇ ਅਸੀਂ ਦੇਹ ਦੇ ਅੰਦਰ ਬੈਠ ਕੇ ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਹਾਂ, ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪੈਂਦਾ ਹੈ? ਗੁਰਮੁਖਾਂ ਦੇ ਕੋਲ ਜਾਣਾ ਪੈਂਦਾ ਹੈ। ਸਾਧੂ ਸੰਤ ਮਹਾਤਮਾਵਾਂ ਦੀ ਸੰਗਤ ਔਰ ਸੋਬਤ ਕਰਨੀ ਪੈਂਦੀ ਹੈ। ਉਹ ਸਾਡੇ ਹੱਥ ਵਿੱਚ ਕਿਹੜੀ ਤਲਵਾਰ ਦਿੰਦੇ ਹਨ? ਉਹ ਸਾਨੂੰ ਸ਼ਬਦ ਔਰ ਨਾਮ ਦੀ ਤਲਵਾਰ ਦੇ ਦਿੰਦੇ ਹਨ। ਇਸ ਸ਼ਬਦ ਔਰ ਨਾਮ ਦੀ ਤਲਵਾਰ ਦੁਆਰਾ ਅਸੀਂ ਮਨ ਨੂੰ ਵਸ ਕਰ ਲੈਂਦੇ ਹਾਂ, ਮਨ ਦੀ ਰੁਕਾਵਟ ਰਸਤੇ ਵਿੱਚੋਂ ਦੂਰ ਕਰ ਲੈਂਦੇ ਹਾਂ। ਫਿਰ ਜੋ ਵੀ ਖਜ਼ਾਨੇ ਪਰਮਾਤਮਾ ਨੇ ਸਾਡੀ ਦੇਹ ਅੰਦਰ ਰੱਖੇ ਹੋਏ ਹਨ, ਉਹ ਸਾਡੇ ਵੱਸ ਆ ਜਾਂਦੇ ਹਨ। ਉਹਨਾਂ ਨੂੰ ਹਾਸਲ ਕਰਕੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ। ਸਾਡਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਸਮਝਾਉਣ ਦਾ ਭਾਵ ਹੈ ਕਿ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਕੋਈ ਰੁਕਾਵਟ ਜਾਂ ਪਰਦਾ ਹੈ ਤਾਂ ਉਹ ਸਿਰਫ ਸਾਡੇ ਮਨ ਦੀ ਰੁਕਾਵਟ ਹੈ, ਉਹ ਸਿਰਫ ਸਾਡੇ ਮਨ ਦਾ ਪਰਦਾ ਹੈ। ਜਦ ਤੱਕ ਅਸੀਂ ਆਪਣੇ ਆਪ ਦੀ ਰੁਕਾਵਟ ਰਸਤੇ ਵਿੱਚ ਦੂਰ ਨਹੀਂ ਕਰਦੇ, ਅਸੀਂ ਕਦੇ ਵੀ ਆਪਣੇ ਅੰਦਰ ਉਸ ਪਰਮਾਤਮਾ ਨੂੰ ਨਹੀਂ ਪਾ ਸਕਦੇ, ਭਾਵੇਂ ਉਹ ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਸਾਰੀ ਦੁਨੀਆ ਦੇ ਜੀਵ ਆਪਣੀ ਬੁੱਧੀ ਦੇ ਅਨੁਸਾਰ ਹਜ਼ਾਰਾਂ ਹੀ ਜੁਗਤੀਆਂ ਔਰ ਸਾਧਨਾ ਦੁਆਰਾ ਇਸ ਮਨ ਨੂੰ ਵਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਹੱਠ ਕਰਮਾਂ ਵਿੱਚ ਫਸ ਕੇ ਡਿਸਿਪਲਿਨ ਜਾਂ ਅਨੁਸ਼ਾਸਨ ਦੁਆਰਾ ਜ਼ਬਰਦਸਤੀ ਮਨ ਨੂੰ ਦੁਨੀਆ ਵਿੱਚੋਂ ਡਿਟੈਚ ਕਰਨ, ਦੁਨੀਆ ਵਿੱਚੋਂ ਕੱਢਣ ਦਾ ਯਤਨ ਕਰਦੇ ਹਨ। ਅੱਗੇ ਜਾ ਕੇ ਮਨ ਕਿਤੇ ਅਟੈਚ ਨਹੀਂ ਹੁੰਦਾ, ਜੁੜਦਾ ਨਹੀਂ। ਇਹ ਦੁਨੀਆ ਵਿੱਚ ਹੀ ਰਿਐਕਟ ਔਰ ਰੀਬਾਊਂਡ ਕਰਨਾ ਸ਼ੁਰੂ ਕਰ ਦਿੰਦਾ ਹੈ, ਦੁਨੀਆ ਵਿੱਚ ਹੀ ਭਟਕਦਾ ਰਹਿੰਦਾ ਹੈ। ਜ਼ਬਰਦਸਤੀ ਆਪਣੇ ਮਨ ਨੂੰ ਦੁਨੀਆ ਵਿੱਚੋਂ ਕੱਢਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੱਪ ਨੂੰ ਫੜ ਕੇ ਇੱਕ ਪਟਾਰੀ ਅੰਦਰ ਬੰਦ ਕਰ ਦੇਣਾ ਹੈ। ਪਟਾਰੀ ਦੇ ਅੰਦਰ ਬੰਦ ਕਰ ਦੇਣ ਨਾਲ ਨਾ ਉਹਦਾ ਗੁੱਸਾ ਜਾਂਦਾ ਹੈ, ਨਾ ਰੋਸ ਔਰ ਜ਼ਹਿਰ ਹੀ ਦੂਰ ਹੁੰਦਾ ਹੈ। ਜਦ ਤੱਕ ਉਹ ਪਟਾਰੀ ਅੰਦਰ ਬੰਦ ਹੈ, ਅਸੀਂ ਉਸ ਦੇ ਜ਼ਹਿਰ ਔਰ ਡੰਗ ਤੋਂ ਜ਼ਰੂਰ ਬਚੇ ਹੋਏ ਹਾਂ, ਪਰ ਜਦ ਵੀ ਉਸ ਨੂੰ ਪਟਾਰੀ ਤੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ, ਉਹ ਡੰਗ ਜ਼ਰੂਰ ਮਾਰਦਾ ਹੈ, ਕਦੇ ਆਪਣੀ ਆਦਤ ਤੋਂ ਬਾਜ ਨਹੀਂ ਆ ਸਕਦਾ। ਇਸ ਲਈ ਮਹਾਤਮਾ ਸਮਝਾਉਂਦੇ ਹਨ ਕਿ ਅਸੀਂ ਜ਼ਬਰਦਸਤੀ ਹੱਠ ਕਰਮਾਂ ਦੁਆਰਾ ਮਨ ਨੂੰ ਕਦੇ ਵੀ ਦੁਨੀਆ ਵੱਲੋਂ ਨਹੀਂ ਹਟਾ ਸਕਦੇ। ਸਾਡਾ ਮਨ ਲੱਚਤ ਆਸ਼ਿਕ ਹੈ। ਜਦ ਤੱਕ ਇਹਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚੀ ਸੁੱਚੀ ਲੱਜਤ ਔਰ ਪਿਆਰ ਨਹੀਂ ਮਿਲੇਗਾ, ਇਹ ਇਸ ਦੁਨੀਆ ਦਾ ਮੋਹ ਔਰ ਦੁਨੀਆ ਦਾ ਪਿਆਰ ਛੱਡਣ ਨੂੰ ਕਦੇ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜਤ ਹੈ? ਉਹ ਸ਼ਬਦ ਔਰ ਨਾਮ ਦੀ ਲੱਜਤ ਹੈ, ਜਿਸ ਨੂੰ ਪ੍ਰਾਪਤ ਕਰਨ ਦੇ ਭੇਦ ਔਰ ਤਰੀਕੇ ਸਾਨੂੰ ਗੁਰਮੁਖਾਂ ਸਾਧੂ ਸੰਤਾਂ ਮਹਾਤਮਾਵਾਂ ਤੋਂ ਪਤਾ ਲੱਗਦਾ ਹੈ। ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਤਲਵਾਰ ਦੁਆਰਾ ਸੱਪ ਮਾਰਿਆ ਜਾਂਦਾ ਹੈ, ਇਸੇ ਤਰ੍ਹਾਂ ਤੁਸੀਂ ਵੀ ਸ਼ਬਦ ਦੀ ਤਲਵਾਰ ਦੁਆਰਾ ਆਪਣੇ ਮਨ ਨੂੰ ਕਾਬੂ ਕਰ ਸਕਦੇ ਹੋ। ਪਰ ਇਹ ਤਲਵਾਰ ਸਾਨੂੰ ਮਿਲਦੀ ਕਿੱਥੋਂ ਹੈ? ਗੁਰਮੁਖਾਂ ਤੋਂ ਮਿਲਦੀ ਹੈ, ਸਾਧੂ ਸੰਤਾਂ ਮਹਾਤਮਾਵਾਂ ਦੀ ਸੰਗਤ ਔਰ ਸੋਬਤ ਤੋਂ ਮਿਲਦੀ ਹੈ ਜੀ। ਆਨ ਆਨ ਸਮਦਾ ਬਹੁ ਕੀਨੀ,
पल बेसंतर पसम करी जय। महाउगर पाप साकत नर कीने, मिल साधु लूकी दीजै। ਹੁਣ ਗੁਰੂ ਸਾਹਿਬ ਬਹੁਤ ਹੀ ਸੁੰਦਰ ਮਿਸਾਲ ਦਿੰਦੇ ਹਨ ਕਿ ਤੁਸੀਂ ਲੱਕੜੀਆਂ ਇਕੱਠੀਆਂ ਕਰਕੇ ਜਿਤਨਾ ਵੱਡਾ ਮਰਜ਼ੀ ਢੇਰ ਲਾ ਲਓ, ਅੱਗ ਦੀ ਇੱਕ ਚੰਗਿਆੜੀ ਸਾਰੀਆਂ ਲੱਕੜੀਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਸਾਡੇ ਸਾਖਤ ਪੁਰਸ਼ਾਂ ਦੇ ਕਿਤਨੇ ਹੀ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਇਕੱਠੇ ਕੀਤੇ ਗਏ ਹੋਣ, ਨਾਮ ਦੀ ਇੱਕ ਕਣੀ ਇਹਨਾਂ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰ ਦਿੰਦੀ ਹੈ। ਇਸ ਲਈ ਆਪ ਫਰਮਾਉਂਦੇ ਹਨ ਕਿ ਸ਼ਬਦ ਔਰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਆਪਣੇ ਪਿਛਲੇ ਔਰ ਗੁਜ਼ਰੇ ਹੋਏ ਕਰਮਾਂ ਨੂੰ ਵੇਖ ਕੇ ਐਵੇਂ ਫਜ਼ੂਲ ਨਹੀਂ ਘਬਰਾਉਣਾ ਚਾਹੀਦਾ, ਬਲਕਿ ਸ਼ਬਦ ਔਰ ਨਾਮ ਦੀ ਕਮਾਈ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਜੋ ਵੀ ਭੈੜੇ ਖੋਟੇ ਕਰਮ ਪਹਿਲਾਂ ਕਰ ਚੁੱਕੇ ਹਾਂ ਉਹਨਾਂ ਦਾ ਹਿਸਾਬ ਕਿਤਾਬ ਖਤਮ ਹੋ ਜਾਵੇ, ਆਤਮਾ ਔਰ ਮਨ ਦੀ ਗੱਠ ਖੁੱਲ੍ਹ ਜਾਵੇ, ਅਸੀਂ ਆਪਣੇ ਆਪ ਦੀ ਪਹਿਚਾਣ ਦੇ ਕਾਬਲ ਬਣ ਜਾਈਏ, ਉਸ ਪਰਮਾਤਮਾ ਦੀ ਪਹਿਚਾਣ ਦੇ ਕਾਬਲ ਬਣ ਜਾਈਏ। ਕਬੀਰ ਸਾਹਿਬ ਫਰਮਾਉਂਦੇ ਹਨ, ਜਬੈ ਨਾਮ ਹਿਰਦੇ ਧਰਾ ਭਇਆ ਪਾਪ ਕਾ ਨਾਸ, ਮਾਨੋ ਚਿੰਗੀ ਆਕੀ ਪਰੀ ਪੁਰਾਣੀ ਖਾਸ। ਜਦੋਂ ਉਹ ਨਾਮ ਸਾਡੇ ਹਿਰਦੇ ਵਿੱਚ ਬੈਠ ਜਾਂਦਾ ਹੈ, ਵਸ ਜਾਂਦਾ ਹੈ, ਜਦ ਅਸੀਂ ਉੱਠਦੇ ਬੈਠਦੇ ਚੱਲਦੇ ਫਿਰਦੇ ਸ਼ਬਦ ਦੀ ਕਮਾਈ ਵਿੱਚ ਲੱਗ ਜਾਂਦੇ ਹਾਂ, ਇਹ ਜਿਤਨੇ ਵੀ ਸਾਡੇ ਪਾਪ ਹਨ, ਭੈੜੇ ਖੋਟੇ ਕਰਮ ਹਨ, ਇਹ ਸਭ ਨਾਸ਼ ਹੋ ਜਾਂਦੇ ਹਨ। ਇਹਨਾਂ ਸਭ ਦਾ ਹਿਸਾਬ ਕਿਤਾਬ ਖਤਮ ਹੋ ਜਾਂਦਾ ਹੈ। ਆਪ ਬੜੀ ਸੁੰਦਰ ਉਦਾਹਰਣ ਦਿੰਦੇ ਹਨ ਕਿ ਸੁੱਕੀ ਹੋਈ ਘਾਸ ਲਿਆ ਕੇ ਕਿਤਨਾ ਬੜਾ ਢੇਰ ਕਿਉਂ ਨਾ ਲਾ ਲਓ, ਅੱਗ ਦੀ ਇੱਕ ਚੰਗਿਆੜੀ ਪਲ ਭਰ ਵਿੱਚ ਸਾਰੇ ਘਾਸ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ। ਇਸ ਤਰ੍ਹਾਂ ਸਾਡੇ ਕਿਤਨੇ ਵੀ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋਣ, ਨਾਮ ਦੀ ਕਮਾਈ ਸਭ ਕਰਮਾਂ ਦਾ ਸਿਲਸਿਲਾ ਔਰ ਹਿਸਾਬ ਕਿਤਾਬ ਖਤਮ ਕਰ ਦਿੰਦੀ ਹੈ। ਇਸ ਲਈ ਗੁਰੂ ਸਾਹਿਬ ਸਾਨੂੰ ਬਾਰ-ਬਾਰ ਯਾਦ ਕਰਾਉਂਦੇ ਹਨ ਕਿ ਉੱਠਦੇ ਬੈਠਦੇ ਚੱਲਦੇ ਫਿਰਦੇ ਹਮੇਸ਼ਾ ਆਪਣੇ ਖਿਆਲ ਨੂੰ ਉਸ ਸੱਚੇ ਸ਼ਬਦ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ, ਸੱਚੇ ਨਾਮ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਚਰਚਾ ਕਰਦੇ ਹਨ, ਉਹ ਸ਼ਬਦ ਔਰ ਨਾਮ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਹਰ ਇੱਕ ਦੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ ਕਿ ਸਾਡਾ ਰੂਹਾਨੀ ਸਫ਼ਰ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤੀਕਰ ਹੈ। ਇਸ ਸਫ਼ਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤੱਕ, ਦੂਜੀ ਅੱਖਾਂ ਤੋਂ ਉੱਪਰ। ਅੱਖਾਂ ਤੋਂ ਨੀਚੇ ਇੰਦਰੀਆਂ ਦੇ ਭੋਗ ਹਨ, ਵਿਸ਼ੇ ਵਿਕਾਰਾਂ, ਸ਼ਰਾਬਾਂ ਕਬਾਬਾਂ ਦੀਆਂ ਲੱਜਤਾਂ ਹਨ। ਇਸ ਲਈ ਜਦ ਤੱਕ ਅਸੀਂ ਅੱਖਾਂ ਤੋਂ ਨੀਚੇ ਬੈਠੇ ਹਾਂ, ਅਸੀਂ ਉਸ ਸੱਚੇ ਨਾਮ ਦੀ ਲੱਜਤ ਨੂੰ ਹਾਸਲ ਨਹੀਂ ਕਰ ਸਕਦੇ। ਜਿਸ ਵੇਲੇ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਅਸੀਂ ਸਿਮਰਨ ਔਰ ਧਿਆਨ ਦੁਆਰਾ ਆਪਣੇ ਖਿਆਲ ਨੂੰ ਪਿੱਛੇ ਇਕੱਠਾ ਕਰ ਲੈਂਦੇ ਹਾਂ, ਸੱਚੇ ਨਾਮ ਦੀ ਸੋਝੀ ਆ ਜਾਂਦੀ ਹੈ ਕਿ ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜੋ ਮਾਲਕ ਦੀ ਦਰਗਾਹ ਤੋਂ ਉੱਠ ਰਹੀ ਹੈ, ਉਹ ਸਾਡੇ ਹਰ ਇੱਕ ਦੇ ਅੰਦਰ ਦਿਨ ਰਾਤ ਨੁਕਾਰਾ ਦੇ ਰਹੀ ਹੈ, ਦਿਨ ਰਾਤ ਗੂੰਜ ਰਹੀ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤ ਮਹਾਤਮਾ ਅੰਦਰ ਵੀ ਹੈ। ਉਹ ਕਿਸੇ ਜਾਤੀ, ਕਿਸੇ ਦੇਸ਼, ਕਿਸੇ ਮਜ਼ਹਬ ਦਾ ਸਵਾਲ ਨਹੀਂ ਉੱਠਦਾ। ਹਿੰਦੂ ਹੋ ਕੇ ਅੰਦਰ ਜਾਓ, ਸਿੱਖ ਈਸਾਈ ਹੋ ਕੇ ਅੰਦਰ ਜਾਓ, ਜੋ ਵੀ ਖੁਸ਼ਕਿਸਮਤ ਭਾਗਾਂ ਵਾਲਾ ਜੀਵ ਅੱਖਾਂ ਦੇ ਪਿੱਛੇ ਖਿਆਲ ਇਕੱਠਾ ਕਰ ਲੈਂਦਾ ਹੈ, ਧਿਆਨ ਇਕਾਗਰ ਕਰ ਲੈਂਦਾ ਹੈ, ਉਹ ਆਪਣੇ ਅੰਦਰ ਹੀ ਉਸ ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ। ਉਸ ਆਵਾਜ਼ ਜਾਂ ਧੁਨੀ ਨੂੰ ਮਹਾਤਮਾ ਸੱਚਾ ਸ਼ਬਦ ਕਹਿੰਦੇ ਹਨ, ਸੱਚਾ ਨਾਮ ਕਹਿ ਕੇ ਬਿਆਨ ਕਰਦੇ ਹਨ। ਇਹ ਸੱਚੇ ਸ਼ਬਦ, ਸੱਚੇ ਨਾਮ ਦੀ ਕਵਾਈ ਦੁਆਰਾ ਸਾਡੇ ਜਿਤਨੇ ਵੀ ਭੈੜੇ ਖੋਟੇ ਕਰਮ ਔਰ ਪਾਪ ਹੁੰਦੇ ਹਨ, ਉਹਨਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਸਾਡੀ ਆਤਮਾ ਦੇ ਉੱਪਰੋਂ ਸਭ ਗੰਦੇ ਗੰਦੇ ਗਿਲਾਫ ਉਤਰ ਜਾਂਦੇ ਹਨ ਜੀ। ਸਾਧੂ ਸਾਧ ਸਾਧ ਜਨਨੀ ਕੇ, ਜਿਨ ਅੰਤਰ ਨਾਮ ਤਰੀ ਜੇ। ਹੁਣ ਫਰਮਾਉਂਦੇ ਹਨ ਕਿ ਜਿਹੜੇ ਸਾਧੂ ਸੰਤ ਮਹਾਤਮਾ ਹਨ, ਉਹ ਬਹੁਤ ਹੀ ਉੱਚੀ ਗਤੀ ਵਾਲੇ ਹੁੰਦੇ ਹਨ। ਉਹਨਾਂ ਦੀ ਮਹਿਮਾ ਬਹੁਤ ਭਾਰੀ ਹੈ, ਕਿਉਂਕਿ ਉਹਨਾਂ ਨੇ ਸਾਧਨਾ ਕਰਕੇ ਉਹ ਨਾਮ ਰੂਪੀ ਦੌਲਤ ਪ੍ਰਗਟ ਕਰ ਲਈ ਹੈ।
ਮਹਾਤਮਾ ਉਹਨਾਂ ਨੂੰ ਸਾਧੂ ਕਹਿੰਦੇ ਹਨ ਜੋ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਨ। ਉਹ ਆਪਣੇ ਆਪ ਨੂੰ ਪਛਾਣਨ ਦੇ ਕਾਬਲ ਹੋ ਜਾਂਦੇ ਹਨ। ਮਹਾਤਮਾ ਉਹਨਾਂ ਨੂੰ ਸਾਧੂ ਨਹੀਂ ਕਹਿੰਦੇ ਜੋ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਬੈਠ ਜਾਂਦੇ ਹਨ। ਹੋ ਸਕਦਾ ਹੈ ਉਹਨਾਂ ਵਿੱਚੋਂ ਵੀ ਕੋਈ ਸਾਧੂ ਨਿਕਲ ਆਵੇ, ਪਰ ਸਿਰਫ ਭਗਵੇਂ ਕੱਪੜੇ ਪਾ ਲੈਣ ਨਾਲ ਹੀ ਆਦਮੀ ਸਾਧੂ ਨਹੀਂ ਬਣ ਜਾਂਦਾ। ਜੋ ਲੋਕ ਸਾਧਨਾ ਕਰਕੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਨਾਲ ਜੋੜਦੇ ਹਨ, ਉਹਨਾਂ ਨੂੰ ਹੀ ਗੁਰੂ ਸਾਹਿਬ ਸਾਧੂ ਕਹਿੰਦੇ ਹਨ। ਆਪ ਫਰਮਾਉਂਦੇ ਹਨ ਕਿ ਉਹਨਾਂ ਸਾਧੂਆਂ ਦੀ ਬਹੁਤ ਮਹਿਮਾ ਹੈ, ਉਹਨਾਂ ਦੀ ਗਤੀ ਬਹੁਤ ਉੱਚੀ ਹੈ। ਅਸੀਂ ਐਸੀ ਉੱਚੀ ਗਤੀ ਵਾਲੇ ਗੁਰਮੁਖਾਂ ਦੀ ਸੰਗਤ ਕਰਨੀ ਹੈ, ਐਸੇ ਸਾਧੂ ਸੰਤਾਂ ਮਹਾਤਮਾਵਾਂ ਦੀ ਸੋਭਤ ਕਰਨੀ ਹੈ ਜੀ। ਪਰਸ ਨਿਪਰਸ ਪਏ ਸਾਧੂ ਜਨ, ਜਨ ਹਰ ਭਗਵਾਨ ਦਖੀਜੈ। ਆਪ ਸਮਝਾਉਂਦੇ ਹਨ ਕਿ ਐਸੇ ਮਹਾਤਮਾਵਾਂ ਦੀ ਸੰਗਤ ਵਿੱਚ ਜਾ ਕੇ ਸਾਡੇ ਮਨ ਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ, ਬਹੁਤ ਖੁਸ਼ੀ ਔਰ ਸ਼ਾਂਤੀ ਮਿਲਦੀ ਹੈ। ਉਹਨਾਂ ਦੀ ਸੰਗਤ ਵਿੱਚ ਜਾ ਕੇ ਹੀ ਸਾਨੂੰ ਪਤਾ ਲੱਗਦਾ ਹੈ ਪਰਮਾਤਮਾ ਕੀ ਚੀਜ਼ ਹੈ, ਆਤਮਾ ਔਰ ਪਰਮਾਤਮਾ ਦਾ ਕੀ ਸੰਬੰਧ ਹੈ, ਕਿਸ ਤਰ੍ਹਾਂ ਅਸੀਂ ਪਰਮਾਤਮਾ ਤੋਂ ਵਿਛੜ ਕੇ 84 ਦੇ ਜੇਲ੍ਹ ਖਾਨੇ ਵਿੱਚ ਫਸੇ ਹੋਏ ਹਾਂ, ਸਾਡੀ ਰਾਹ ਵਿੱਚ ਕਿਹੜੀਆਂ ਰੁਕਾਵਟਾਂ ਹਨ ਔਰ ਕਿਸ ਤਰ੍ਹਾਂ ਅਸੀਂ ਉਹਨਾਂ ਰੁਕਾਵਟਾਂ ਨੂੰ ਰਸਤੇ 'ਚੋਂ ਦੂਰ ਕਰ ਸਕਦੇ ਹਾਂ। ਇਹਨਾਂ ਸਭ ਚੀਜ਼ਾਂ ਦੀ ਸੋਝੀ ਔਰ ਸਮਝ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਆਉਂਦੀ ਹੈ। ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ। ਜੇ ਬੁਰੇ ਲੋਕਾਂ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਬੁਰੇ ਖਿਆਲ ਪੈਦਾ ਹੋ ਜਾਂਦੇ ਹਨ। ਜੇ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਕਰਦੇ ਹਾਂ ਤਾਂ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਹੋਏ ਹਨ। ਉਹਨਾਂ ਨੂੰ ਦੇਖ ਕੇ ਆਪਣੇ ਆਪ ਹੀ ਸਾਡੇ ਅੰਦਰ ਵੀ ਮਾਲਕ ਨਾਲ ਮਿਲਣ ਦਾ ਸ਼ੌਂਕ ਔਰ ਪਿਆਰ ਪੈਦਾ ਹੋ ਜਾਂਦਾ ਹੈ ਜੀ। ਸਾਕਤ ਸੂਤ ਬੋਗੁਰ ਜੀ ਪਰਿਆ, ਕਿਉਂ ਕਰ ਤਾਨ ਤਨੀਜੈ। ਤੰਤ ਸੂਤ ਕੁਛ ਨਿਕਸੇ ਨਾਹੀ, ਸਾਕਤ ਸੰਗ ਨਾ ਕੀਜੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮਨਮੁਖ ਲੋਕ ਹਨ ਉਹਨਾਂ ਦਾ ਜੋ ਸੂਤ ਹੈ, ਸੂਤ ਦਾ ਮਤਲਬ ਮਨ, ਉਹਨਾਂ ਦਾ ਜੋ ਮਨ ਹੈ ਉਹ ਬਹੁਤ ਹੀ ਗੁੰਝਲਾਂ ਨਾਲ ਭਰਿਆ ਹੋਇਆ ਹੈ। ਤੁਸੀਂ ਦੇਖ ਲਓ, ਜਿਹੜਾ ਸੂਤ ਗੁੰਝਲਾਂ ਨਾਲ ਭਰਿਆ ਹੋਵੇ ਉਸ ਸੂਤ ਵਿੱਚੋਂ ਨਾ ਤਾਂ ਤਾਣਾ ਤਣਿਆ ਜਾ ਸਕਦਾ ਹੈ ਔਰ ਨਾ ਹੀ ਕਦੇ ਕੱਪੜਾ ਹੀ ਬੁਣਿਆ ਜਾ ਸਕਦਾ ਹੈ। ਇਸ ਤਰ੍ਹਾਂ ਜੋ ਮਨਮੁਖਾਂ ਦਾ ਮਨ ਹੈ ਉਹ ਵੀ ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਹੈ। ਵਿਸ਼ਿਆਂ, ਵਕਾਰਾਂ, ਸ਼ਵਾਬਾਂ, ਖਵਾਬਾਂ, ਇੰਦਰੀਆਂ ਦੇ ਭੋਗਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜਿਆਂ ਵਿੱਚ ਉਲਝਿਆ ਹੋਇਆ ਹੈ। ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਸਾਡਾ ਧਿਆਨ ਕਿਸ ਤਰ੍ਹਾਂ ਮਾਲਕ ਦੀ ਭਗਤੀ ਦੀ ਤਰਫ ਜਾ ਸਕਦਾ ਹੈ, ਕਿਉਂਕਿ ਜਿਸ ਦੀ ਸੰਗਤ ਔਰ ਸੋਭਤ ਕਰਦੇ ਹਾਂ ਵੈਸੇ ਹੀ ਵਿਚਾਰ ਸਾਡੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਗੁਰੂ ਰਾਮਦਾਸ ਜੀ ਉਪਦੇਸ਼ ਕਰਦੇ ਹਨ, ਸਾਕਤ ਨਰ ਪ੍ਰਾਣੀ ਸਦ ਭੂਖੈ, ਨਿਤ ਭੂਖਣ ਭੂਖ ਕਰੀਜੈ, ਧਾਵਤ ਧਾਏ ਧਾਵਤ ਪ੍ਰੀਤ, ਮਾਇਆ ਲਖ ਕੋਸਣ ਕੋ ਬਿਥ ਦੀਜੈ। ਜੋ ਮਨਮੁਖ ਲੋਕ ਹਨ ਉਹਨਾਂ ਦੇ ਮਨ ਵਿੱਚ ਤਾਂ ਕਦੇ ਸਬਰ ਔਰ ਸ਼ਾਂਤੀ ਨਹੀਂ ਆਉਂਦੀ। ਪਰਮਾਤਮਾ ਉਹਨਾਂ ਨੂੰ ਜਿੰਨਾ ਮਰਜ਼ੀ ਕਿਉਂ ਨਾ ਦੇ ਦੇਵੇ, ਉਹ ਹਮੇਸ਼ਾ ਦੁਨੀਆ ਦੀਆਂ ਇੱਛਾਵਾਂ ਤ੍ਰਿਸ਼ਨਾਵਾਂ ਹੀ ਮਾਲਕ ਅੱਗੇ ਰੱਖਦੇ ਹਨ। ਉਹ ਹਮੇਸ਼ਾ ਦੁਨੀਆ ਦੀਆਂ ਸ਼ਕਲਾਂ ਔਰ ਪਦਾਰਥਾਂ ਵਿੱਚ ਹੀ ਭਟਕਦੇ ਔਰ ਤੜਫਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐਸੇ ਲੋਕਾਂ ਦੀ ਕਦੇ ਸੰਗਤ ਔਰ ਸੋਭਤ ਨਹੀਂ ਕਰਨੀ ਚਾਹੀਦੀ। ਲੱਖ ਕੋਸਨ ਕੋ ਬਿਥ ਦੀਜੇ, ਉਹਨਾਂ ਤੋਂ ਘੱਟੋ ਘੱਟ ਲੱਖ ਕੋ ਦੂਰ ਰਹਿਣਾ ਚਾਹੀਦਾ ਹੈ। ਕਿਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ? ਗੁਰੂ ਸਾਹਿਬ ਅੱਗੇ ਦੱਸਦੇ ਹਨ, ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਲ ਸੰਗਤ ਰਾਮ ਰਵੀ
ਹੁਣ ਫਰਮਾਉਂਦੇ ਹਨ ਕਿ ਕਿਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰਮੁਖਾਂ ਦੀ ਸੰਗਤ ਕਰਨੀ ਹੈ, ਸਤਿਗੁਰਾਂ ਦੀ ਸੰਗਤ ਕਰਨੀ ਹੈ, ਸਾਧੂਆਂ ਦੀ ਸੰਗਤ ਕਰਨੀ ਹੈ, ਆਪਣੇ ਆਪ ਨੂੰ ਸਤਸੰਗ ਵਿੱਚ ਰੱਖਣਾ ਹੈ, ਕਿਉਂਕਿ ਰਾਮ ਰਵੀਜੇ ਉੱਥੇ ਜਾ ਕੇ ਮਾਲਕ ਦੀ ਯਾਦ ਆਉਂਦੀ ਹੈ, ਮਾਲਕ ਦੀ ਭਗਤੀ ਵੱਲ ਸਾਡਾ ਖਿਆਲ ਜਾਂਦਾ ਹੈ, ਵਿਸ਼ਿਆਂ ਵਿਕਾਰਾਂ ਵਿੱਚੋਂ ਸਾਡਾ ਖਿਆਲ ਨਿਕਲਦਾ ਹੈ। ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਸੰਗਤ ਸਾਧ ਕੀ ਯੋਂ ਕੀ ਭੂਸੀ ਖਾਏ, ਖੀਰ ਖਾਂਡ ਭੋਜਨ ਮਿਲੇ, ਸਾਕਤ ਸੰਗ ਨਾ ਜਾਏ। ਅਗਰ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਸਾਨੂੰ ਖੁਸ਼ਕ ਟੁਕੜੇ ਵੀ ਚੱਬਣੇ ਪੈਂਦੇ ਹਨ, ਤਾਂ ਮਨੁੱਖਾਂ ਦੀ ਸੰਗਤ ਵਿੱਚ ਜਾ ਕੇ ਖੀਰ ਕੜਾਹ ਔਰ ਸਵਾਦੀ ਭੋਜਨ ਖਾਣ ਦੀ ਬਨਿਸਬਤ ਲੱਖ ਦਰਜੇ ਅੱਛਾ ਹੈ। ਕਿਉਂਕਿ एक घड़ी आदि हूँ से आद, कबीर संगत साध की कटे कोट अपराध। एक घड़ी अद्धी तो अद्धी घड़ी जो मालक दे भगतां और प्यारिਆਂ ਦੀ ਸੰਗਤ ਕਰਦੇ ਹਾਂ, ਉਸ ਨਾਲ ਸਾਡੇ ਮਨ ਵਿੱਚੋਂ ਹਜ਼ਾਰਾਂ ਕਿਸਮ ਦੇ ਵਹਿਮ ਭਰਮ ਸੰਕਲਪ ਦੂਰ ਹੋ ਜਾਂਦੇ ਹਨ। ਪਤਾ ਨਹੀਂ ਗੁਰਮੁਖਾਂ ਜਾਂ ਮਹਾਤਮਾਵਾਂ ਦੀ ਬਾਣੀ ਦੀ ਕਿਹੜੀ ਤੁਕ ਸਾਡੇ ਕੰਨਾਂ ਵਿੱਚ ਪੈ ਜਾਵੇ, ਜਿਹੜੀ ਸਾਡੇ ਜੀਵਨ ਨੂੰ ਹੀ ਪਲਟ ਕੇ ਰੱਖ ਦੇਵੇ। ਇਸ ਲਈ ਮਹਾਤਮਾ ਸਤਸੰਗ ਉੱਤੇ ਬਹੁਤ ਜ਼ੋਰ ਦਿੰਦੇ ਹਨ, ਨੇਕ ਸੋਹਬਤ ਉੱਤਮ ਸੰਗਤ ਉੱਤੇ ਬਹੁਤ ਜ਼ੋਰ ਦਿੰਦੇ ਹਨ ਜੀ। ਅੰਤਰ ਰਤਨ ਜਵੇਹਰ ਮਾਣਕ, ਗੁਰ ਕਿਰਪਾ ਤੇ ਲੀਜੈ। ਹੁਣ ਜਿਸ ਸ਼ਬਦ ਔਰ ਨਾਮ ਦੀ ਇਤਨੀ ਮਹਿਮਾ ਹੈ, ਆਪ ਸਮਝਾਉਂਦੇ ਹਨ ਕਿ ਉਹ ਸ਼ਬਦ ਜਾਂ ਨਾਮ ਕਿੱਥੇ ਹੈ। ਕੀ ਉਹਦੀ ਖੋਜ ਕਰਨ ਲਈ ਇਨਸਾਨਾਂ ਨੂੰ ਜੰਗਲਾਂ ਪਹਾੜਾਂ ਵੱਲ ਦੌੜਨਾ ਚਾਹੀਦਾ ਹੈ, ਜਾਂ ਮੰਦਰ ਮਸਜਿਦਾਂ ਗੁਰਦੁਆਰਿਆਂ ਵਿੱਚ ਉਸ ਨੂੰ ਢੂੰਡਣਾ ਚਾਹੀਦਾ ਹੈ, ਜਾਂ ਗ੍ਰੰਥ ਪੋਥੀਆਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਗੁਰੂ ਸਾਹਿਬ ਕਹਿੰਦੇ ਹਨ, ਅੰਤਰ ਉਹ ਨਾਮ ਕਿਤੇ ਬਾਹਰ ਨਹੀਂ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਜੇ ਕੋਈ ਚੀਜ਼ ਸਾਡੇ ਘਰ ਦੇ ਅੰਦਰ ਖੋ ਜਾਵੇ, ਜੇ ਅਸੀਂ ਘਰ ਵਿੱਚ ਹੀ ਉਸ ਨੂੰ ਖੋਜਾਂਗੇ ਤਾਂ ਉਸ ਨੂੰ ਪਾ ਸਕਾਂਗੇ। ਅਗਰ ਬਾਹਰ ਖੋਜ ਕਰਨੀ ਸ਼ੁਰੂ ਕਰ ਦਈਏ ਤਾਂ ਅਸੀਂ ਉਸ ਨੂੰ ਹਾਸਲ ਕਿਸ ਤਰ੍ਹਾਂ ਕਰ ਸਕਦੇ ਹਾਂ। ਫਿਰ ਕਹਿੰਦੇ ਹਨ ਕਿ ਉਹ ਨਾਮ ਰਤਨ ਹੈ, ਜਵਾਹਰ ਹੈ, ਬਲਕਿ ਉਸ ਤੋਂ ਵੀ ਵੱਧ ਕੀਮਤੀ ਹੈ। ਰਤਨ ਜਵਾਹਰ ਕਿੰਨੇ ਵੀ ਕੀਮਤੀ ਕਿਉਂ ਨਾ ਹੋਣ, ਆਖਿਰ ਮਿੱਟੀ ਹਨ। ਮਹਾਤਮਾ ਸਾਨੂੰ ਸਮਝਾਉਣ ਲਈ ਇਹਨਾਂ ਬਾਹਰਲੀਆਂ ਚੀਜ਼ਾਂ ਨਾਲ ਉਸ ਦਾ ਮੁਕਾਬਲਾ ਕਰਦੇ ਹਨ, ਇਸ ਲਈ ਉਹ ਕੀਮਤੀ ਤੋਂ ਕੀਮਤੀ ਚੀਜ਼ ਨਾਲ ਮੁਕਾਬਲਾ ਕਰਕੇ ਸਮਝਾਉਂਦੇ ਹਨ। ਕਈ ਵਾਰ ਉਸ ਨੂੰ ਅਮੁੱਲ ਔਰ ਅਮੋਲਕ ਵੀ ਕਹਿੰਦੇ ਹਨ ਕਿ ਕੋਈ ਵੀ ਧਨ ਦੌਲਤ, ਦੁਨੀਆ ਦਾ ਕੋਈ ਵੀ ਖਜ਼ਾਨਾ ਉਹ ਨਾਮ ਦੀ ਕੀਮਤ ਅਦਾ ਨਹੀਂ ਕਰ ਸਕਦਾ। ਉਹ ਨਾਮ ਦੀ ਦੌਲਤ ਕਿੱਥੇ ਮਿਲਦੀ ਹੈ? ਗੁਰ ਕਿਰਪਾ ਤੇ ਲੀਜੇ। ਜਿਸ ਵਕਤ ਗੁਰਮੁਖਾਂ ਦੀ ਕਿਰਪਾ ਹੋ ਜਾਂਦੀ ਹੈ, ਪਰਮਾਤਮਾ ਦੀ ਦਇਆ ਮਿਹਰ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਸਾਨੂੰ ਉਸ ਦੀ ਪ੍ਰਾਪਤੀ ਦੀ ਜੁਗਤੀ, ਪ੍ਰਾਪਤੀ ਦੇ ਤਰੀਕੇ ਔਰ ਸਾਧਨ ਬਾਰੇ ਪਤਾ ਲੱਗ ਜਾਂਦਾ ਹੈ। ਫਿਰ ਸਾਡਾ ਖਿਆਲ ਉਸ ਸ਼ਬਦ ਨਾਲ ਜੁੜਦਾ ਹੈ, ਉਸ ਨਾਮ ਨਾਲ ਜੁੜਦਾ ਹੈ ਜੀ। ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ, ਹਮ ਕਿਉਂ ਕਰ ਮਿਲ ਮਲੀਜੈ। ਹੁਣ ਸਭ ਕੁਝ ਬਿਆਨ ਕਰਕੇ ਉਸ ਮਾਲਕ ਦੀ ਤਰਫ ਆਉਂਦੇ ਹਨ। ਆਪ ਫਰਮਾਉਂਦੇ ਹਨ ਕਿ ਉਹ ਬਹੁਤ ਵੱਡਾ ਹੈ, ਬਹੁਤ ਉੱਚਾ ਹੈ, ਬਹੁਤ ਸੱਚਾ ਔਰ ਸੁੱਚਾ ਹੈ। ਉਹ ਸੱਚਖੰਡ ਦਾ ਰਹਿਣ ਵਾਲਾ ਹੈ। ਅਸੀਂ ਦੁਨੀਆ ਦੇ ਜੀਵ ਬਹੁਤ ਨੀਚੇ ਹਾਂ, ਸਾਡੇ ਅੰਦਰ ਬਹੁਤ ਹੀ ਗੰਦਗੀ, ਅਸੀਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਨਾ ਸਾਡੇ ਅੰਦਰ ਕੋਈ ਗੁਣ ਹੈ, ਨਾ ਖੂਬੀ ਹੈ। ਅਸੀਂ ਇਤਨੇ ਨੀਚੇ ਹਾਂ, ਉਹ ਪਰਮਾਤਮਾ ਇਤਨਾ ਉੱਚਾ ਹੈ। ਉਸ ਮਾਲਕ ਨਾਲ ਮਿਲੇ ਬਿਨਾਂ ਸਾਡਾ ਦੇਹ ਦੇ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਤਨੇ ਨੀਚੇ ਹੋਣ ਦੇ ਬਾਵਜੂਦ ਅਸੀਂ ਇਤਨੇ ਉੱਚੇ ਔਰ ਸੱਚੇ ਸੁੱਚੇ ਪਰਮਾਤਮਾ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ, ਆਪ ਆਖਰੀ ਕੜੀ ਵਿੱਚ ਸਮਝਾਉਂਦੇ ਹਨ ਜੀ। ਨਾਨਕ ਮੇਲ ਮਿਲਾਏ ਗੁਰ ਪੂਰਾ,
जन को पूरन दीजै। आप फरमाउंदे हन कि इतने नीचे और गंदे होने के बावजूद असी उस परमात्मा तक पहुँच सकते हाँ, परमात्मा नाल मिलाप कर सकते हाँ। जे सानू कोई पूरा सतगुरु मिल जाए, पूरा गुरमुख मिल जाए, वो सानू मालक दे मिलन का भेद और तरीका समझा देवे, तो असी परमात्मा की भगती करके उस परमात्मा तक पहुँच जाते हाँ। शुरू में आपने समझाया सी कि मालक दे भगत और प्यारे किस तरह पारस बनते हैं। असी किस तरह उन्होंने मालक के भगतों और प्यारिਆਂ की संगत और सोबत में जाके पारस बन सकते हाँ। साडा भी मरण जम्मण के दुखों तो छुटकारा हो सकता है, असी भी वापस जाके उस परमात्मा के अंदर समा सकते हाँ। सो सानू भी चाहिदा है कि गुरमुखां की संगत और सोबत में जाके शब्द की कमाई करिए, नाम की कमाई करिए जी। नानक मेल मिलाए गुर पूरा, जन को पूरा न दी